हाँ जी स्टूडेंट्स, ਤਾਂ ਆਪਣੀ ਐਕਟਿਵ ਪੈਸਿਵ ਵਾਲੀ ਜਿਹੜੀ ਲਾਸਟ ਐਕਸਰਸਾਈਜ਼ ਹੈਗੀ ਆ ਉਹ ਆਪਾਂ ਕਰਨ ਜਾ ਰਹੇ ਹਾਂ। ਹੇਅਰ ਵੀ ਆਰ ਇੰਟਰੋਡਿਊਸਡ ਵਿਦ ਟੂ ਫਰੇਜ਼ਸ ਟੂ ਬੀ ਡਨ ਐਂਡ ਬੀਇੰਗ ਡਨ। What is the meaning of these phrases and where we are going to use these phrases? We will discuss about these things. Okay, to be done plus being done. Done means कि verb the third form that we always use in passive sentences. Okay, to be means कि to infinitive and being plus verb the first form plus ing. ਤਾਂ ਇਹਨਾਂ ਸਟਰਕਚਰਸ ਦਾ ਆਪਾਂ ਯੂਜ਼ ਕਿੱਥੇ ਕਰਦੇ ਹਾਂ? Here we are introduced with two pictures. In picture 1, she says, I just want to sit here and relax. I really enjoy having a lazy time. ਤੇ ਇੱਥੇ ਕੀ ਯੂਜ਼ ਕੀਤਾ ਹੋਇਆ? To sit. ਇਹ ਆਪਣੇ ਕੋਲ ਕੀ ਹੈ? ਐਕਟਿਵ ਫਾਰਮ ਹੈਗੀ ਆ। ਤਾਂ ਇਹ ਆਪਣੇ ਕੋਲ ਕੀ ਹੈ? ਪੈਸਿਵ ਫਾਰਮ ਹੈਗੀ ਆ। ਐਂਡ ਇਟਸ ਨਾਈਸ ਟੂ ਬੀ ਲੁਕਡ ਆਫਟਰ ਐਂਡ ਆਈ ਲਵ ਬੀਇੰਗ ਵੇਟਡ ਔਨ। ਤਾਂ ਇੱਥੇ ਆਪਣੇ ਕੋਲ ਟੂ ਬੀ ਪਲਸ ਵਰਬ ਦੀ ਥਰਡ ਫਾਰਮ, ਤਾਂ ਨੀਚੇ ਆਪਣੇ ਕੋਲ ਸੈਕਿੰਡ ਸੈਂਟੈਂਸ ਦੇ ਵਿੱਚ ਬੀਇੰਗ ਪਲਸ ਵਰਬ ਦੀ ਥਰਡ ਫਾਰਮ ਯੂਜ਼ ਹੋਈ ਹੈ। ਓਕੇ, ਸੋ ਕੰਪੇਅਰ these two sentences. I out to meet Sarah at the airport. ਤਾਂ ਉਹ ਕਹਿੰਦੇ ਕਿ ਮੈਂ ਸਾਰਾ ਨੂੰ ਏਅਰਪੋਰਟ 'ਤੇ ਮਿਲਣਾ ਚਾਹੁੰਦੀ ਸੀ। ਤਾਂ ਇਹ ਕੀ ਆਪਣੇ ਕੋਲ? ਐਕਟਿਵ, ਜਿੱਥੇ ਆਪਾਂ ਟੂ ਇਨਫਿਨਿਟਿਵ ਯੂਜ਼ ਕਰਦੇ ਹਾਂ। ਨੈਕਸਟ ਆਪਣੇ ਕੋਲ ਹੈ ਪੈਸਿਵ। I hope to be met at the airport. ਤਾਂ ਮੈਂ ਉਮੀਦ ਕਰਦੀ ਹਾਂ, ਮੈਨੂੰ ਉਮੀਦ ਹੈ ਕਿ ਉਹ ਮੈਨੂੰ ਏਅਰਪੋਰਟ 'ਤੇ ਮਿਲੇਗੀ। ਟੂ ਬੀ ਮਤਲਬ ਟੂ ਇਨਫਿਨਿਟਿਵ ਪਲਸ ਵਰਬ ਦੀ ਥਰਡ ਫਾਰਮ, ਟੂ ਬੀ ਡਨ। ਓਕੇ, ਤਾਂ ਜਦੋਂ ਵੀ ਐਕਟਿਵ ਫਾਰਮ ਹੁੰਦੀ ਹੈ, ਠੀਕ ਹੈ, ਤਾਂ ਆਪਾਂ ਕੀ ਯੂਜ਼ ਕਰਦੇ ਹਾਂ? ਟੂ ਇਨਫਿਨਿਟਿਵ। ਬਟ ਜਦੋਂ ਉਸੇ ਨੂੰ ਹੀ ਆਪਾਂ ਪੈਸਿਵ ਦੇ ਵਿੱਚ ਕਨਵਰਟ ਕਰ ਰਹੇ ਹਾਂ ਤਾਂ ਆਪਾਂ ਕੀ ਯੂਜ਼ ਕਰਦੇ ਹਾਂ? ਟੂ ਬੀ ਪਲਸ ਵਰਬ ਦੀ ਥਰਡ ਫਾਰਮ। ਤਾਂ ਮੀਨਿੰਗ ਕੀ ਹੈ? ਸੈਕਿੰਡ ਉਹਨਾਂ ਨੇ ਦਿੱਤੀ ING ਫਾਰਮ। I insist on meeting you at the airport, ਕਿ ਮੈਂ ਤੁਹਾਨੂੰ ਏਅਰਪੋਰਟ 'ਤੇ ਮਿਲਣ ਲਈ ਇੰਸਿਸਟ ਕੀਤਾ, ਮਤਲਬ ਜਿੱਦ ਕੀਤੀ। I love being met at the airport, ਤਾਂ ਮਤਲਬ ਕਿ ਮੈਂ ਲੋਕਾਂ ਨੂੰ ਏਅਰਪੋਰਟ 'ਤੇ ਮਿਲਣਾ ਪਸੰਦ ਕਰਦਾ। ਉਹ ਕਹਿੰਦੇ ਕਿ ਲੋਕ ਮੈਨੂੰ ਮਿਲਣ ਆਉਂਦੇ ਨੇ। ਤਾਂ ਹੇਅਰ ਇਜ਼ ਦਾ ਡਿਫਰੈਂਸ ਬਿਟਵੀਨ ਐਕਟਿਵ ਐਂਡ ਪੈਸਿਵ। ਆਪਾਂ ਟੂ ਬੀ ਡਨ ਔਰ ਬੀਇੰਗ ਡਨ ਮੀਨਸ ਕਿ ਬੀਇੰਗ ਪਲਸ ਵਰਬ ਦੀ ਥਰਡ ਫਾਰਮ ਐਂਡ ਟੂ ਬੀ ਪਲਸ ਵਰਬ ਦੀ ਥਰਡ ਫਾਰਮ ਕਦੋਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਪੀਪਲਸ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ ਕਿ ਉਹ ਸਾਨੂੰ ਮਿਲਣ ਲਈ ਆਏ ਨੇ, ਠੀਕ ਹੈ, ਆਪਾਂ ਖੁਦ ਐਕਸ਼ਨ ਨਹੀਂ ਕੀਤਾ। ਪੈਸਿਵ ਦਾ ਮੀਨਿੰਗ ਹੀ ਇਹ ਹੁੰਦਾ ਕਿ ਵੀ ਆਰ ਨਾਟ ਐਕਟਿਵ, ਆਵਰ ਸਬਜੈਕਟ ਇਜ਼ ਨਾਟ ਐਕਟਿਵ। ਓਕੇ, ਤਾਂ ਐਕਟਿਵ ਦੇ ਵਿੱਚ ਆਪਣਾ ਸਬਜੈਕਟ ਹੁੰਦਾ ਜਿਹੜਾ ਉਹ ਆਲਵੇਜ਼ ਕੀ ਹੁੰਦਾ? ਐਕਟਿਵ ਹੁੰਦਾ। ਜਦੋਂ ਖੁਦ ਦੀ ਗੱਲ ਕਰ ਰਹੇ ਹਾਂ ਉਦੋਂ ਆਪਾਂ ਕੀ ਯੂਜ਼ ਕਰਦੇ ਹਾਂ? ਸਿੰਪਲ ਟੂ ਇਨਫਿਨਿਟਿਵ ਔਰ ਵਰਬ ਦੀ ਫਰਸਟ ਫਾਰਮ ਪਲਸ ING। ਬਟ ਜਦੋਂ ਆਪਾਂ ਪੈਸਿਵ ਦੇ ਵਿੱਚ ਚੇਂਜ ਕਰਦੇ ਹਾਂ ਤਾਂ ਆਪਾਂ ਉਹਦੇ ਨਾਲ ਕੀ ਲਗਾ ਦਿੰਦੇ ਹਾਂ? ਵਰਬ ਦੀ ਥਰਡ ਫਾਰਮ। ਇਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਹੋਰ ਐਗਜ਼ਾਮਪਲਸ ਦਿੱਤੀਆਂ ਨੇ। I want to play volleyball, ਕਿ ਮੈਂ ਵਾਲੀਬਾਲ ਖੇਲਣਾ ਚਾਹੁੰਦਾ। ਉਹ ਆਪਣੇ ਪੁਆਇੰਟ ਆਫ ਵਿਊ ਦੀ ਗੱਲ ਕਰ ਰਿਹਾ। I hope to be chosen for the team, ਤਾਂ ਕਹਿੰਦਾ ਮੈਨੂੰ ਉਮੀਦ ਹੈ ਵੀ ਮੈਨੂੰ ਟੀਮ ਲਈ ਚੂਜ਼ ਕੀਤਾ ਜਾਊਗਾ। ਮਤਲਬ ਚੂਜ਼ ਕਿਸੇ ਨੇ ਕਰਨਾ, ਇਸ ਲਈ ਆਪਾਂ ਕੀ ਲਗਾਇਆ? ਟੂ ਬੀ ਪਲਸ ਵਰਬ ਦੀ ਥਰਡ ਫਾਰਮ। ਓਕੇ, ਉਸੇ ਹੀ ਤਰ੍ਹਾਂ ਉਹਨਾਂ ਨੇ ING ਫਾਰਮ ਦਿੱਤੀ ਹੋਈ ਹੈ। The postman complained about being attacked by Nick's dog. ਤਾਂ ਦੇਖੋ ਕਿਹਦੇ ਦੁਆਰਾ ਅਟੈਕ ਕੀਤਾ ਗਿਆ? ਉਹ ਨਿੱਕ ਦੇ ਡੌਗ ਦੁਆਰਾ। ਤਾਂ ਪੋਸਟਮੈਨ ਨੇ ਕੰਪਲੇਂਟ ਕੀ ਕੀਤੀ ਹੈ? ਇੱਥੇ ਐਕਸ਼ਨ ਕਿਹਨੇ ਕੀਤਾ? ਨਿੱਕ ਦੇ ਡੌਗ ਨੇ। ਪੋਸਟਮੈਨ ਨੇ ਕੀ ਕੰਪਲੇਂਟ ਕੀਤੀ ਹੈ? ਕਿ ਨਿੱਕ ਦੇ ਡੌਗ ਨੇ ਉਹਦੇ 'ਤੇ ਅਟੈਕ ਕੀਤਾ। ਤਾਂ ਜਦੋਂ ਵੀ ਆਪਾਂ ਕਿਸੇ ਹੋਰ ਪਰਸਨ ਦੇ ਐਕਸ਼ਨ ਨੂੰ ਦੱਸ ਰਹੇ ਹਾਂ ਤਾਂ ਉੱਥੇ ਆਪਾਂ ਕੀ ਯੂਜ਼ ਕਰਾਂਗੇ? ਟੂ ਬੀ ਡਨ ਔਰ ਬੀਇੰਗ ਡਨ ਮੀਨਸ ਕਿ ਵਰਬ ਦੀ ਥਰਡ ਫਾਰਮ। ਨੈਕਸਟ ਉਹਨਾਂ ਨੇ ਆਪਾਂ ਨੂੰ ਦਿੱਤਾ ਹੋਇਆ ਐਕਟਿਵ ਫਾਰਮਸ ਵਿਦ ਦਾ ਪੈਸਿਵ ਮੀਨਿੰਗ। ਤਾਂ ਦੇਖੋ ਉਹ ਕਹਿੰਦੇ ਕੁਛ ਐਕਟਿਵ ਫਾਰਮਸ ਇੱਦਾਂ ਦੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਦਾ ਮੀਨਿੰਗ ਕੀ ਹੁੰਦਾ? ਪੈਸਿਵ ਹੁੰਦਾ। ਕਿਸ ਤਰ੍ਹਾਂ ਹੁੰਦਾ? ਤਾਂ ਕਹਿੰਦੇ ਕੁਛ ਐਕਟਿਵ ਫਾਰਮਸ ING ਵਾਲੀਆਂ ਹੁੰਦੀਆਂ ਨੇ ਜਿਹੜੀਆਂ ਨੀਡ ਵਰਬ ਤੋਂ ਬਾਅਦ ਆਉਂਦੀਆਂ ਨੇ, ਉਹਨਾਂ ਦਾ ਮੀਨਿੰਗ ਆਲਵੇਜ਼ ਕੀ ਹੁੰਦਾ? ਪੈਸਿਵ ਹੁੰਦਾ। ਤਾਂ ਸਟਰਕਚਰ ਕੀ ਹੁੰਦਾ? ਅਗਰ ਇੱਕ ਪੈਸਿਵ ਟੈਂਸ ਦੇ ਵਿੱਚ ਨੀਡ ਪਲਸ ਵਰਬ ਦੀ ਫਰਸਟ ਫਾਰਮ ਦੇ ਨਾਲ ING ਲੱਗਿਆ ਹੋਇਆ ਤਾਂ ਉਹਦਾ ਮੀਨਿੰਗ ਕੀ ਹੋਏਗਾ? ਕਿ ਨੀਡ ਪਲਸ ਆਪਾਂ ਉਹਨੂੰ ਟੂ ਬੀ
वर्ब की थर्ड फॉर्म लिख सकते हैं। इन्हां दा मीनिंग की होएगा, सेम होएगा। जिस तरह उन्होंने कहा द बाईसाइकल नीड्स ऑयलिंग, कि बाईसाइकल नूं किस चीज़ की जरूरत है, ऑयलिंग की। तो इत्थे बाईसाइकल अपना मेन सबजैक्ट नहीं हैगा, बाईसाइकल इज़ पैसिव। तो आपां नूं ज़्यादा किहदे वाल गल कर रहे हैं, ऑयल बारे, कि उन्होंने ऑयलिंग की जरूरत है। द बाईसाइकल नीड्स टू बी ऑयल्ड। ओके, हाउ सॉरी द विंडोज़ नीड क्लीनिंग, तो विंडोज़ नूं क्लीनिंग की जरूरत है, मतलब जरूरत किस चीज़ की है, क्लीनिंग की। द विंडोज़ नीड टू बी क्लीन, कि विंडोज़ नूं साफ करन की जरूरत है। तो इत्थे आपां वो कहंदे कि बीइंग नहीं यूज़ कर सकते, इत्थे आपां की यूज़ करांगे, टू बी। ओके, नैक्सट उन्होंने दिता होया है वी समटाइम्स यूज़ एन एक्टिव टू इन्फेंटिव वैन वी टॉक अबाउट अ जॉब टू बी डन। तो जो आप किसी भी काम बारे गल करते हैं कि वह होना चाहिए है, ठीक है, तो वो बारे जो आप गल करते हैं तो की यूज़ करते हैं, टू बी डन। टू बी मीनस के टू प्लस वर्ब की थर्ड फर्स्ट फॉर्म प्लस वर्ब की थर्ड फॉर्म। आई हैव गॉट सम लैटर्स टू राइट, तो कहते कि मैनू कुछ लैटर्स ने जिहड़ियां लिखण दे लई मिलियां ने। वी हैव गॉट दिस बिल टू पे, तो सानू ये जिहड़ा बिल हैगा ये पे करन दे लई मिलिया। तो मतलब कोई जॉब मिली आपां नूं करन दे लई, कोई वर्क दिता गया, कोई टास्क दिता गया, तो जदों आपां उहनूं पैसिव दे विच लिखांगे तो आपां की लिखना है, टू बी प्लस वर्ब दी थर्ड फॉर्म। द लैटर्स आर टू बी रिटन टूडे, द बिल इज़ टू बी पेड विदआउट डिले। ओके, तो इस तरह नूं आपां पैसिव दे विच लिखांगे। नैक्सट उन्होंने आपां नूं दिता होया वी कैन यूज़ द स्ट्रक्चर बी प्लस टू इन्फेंटिव टू गिव एन ऑर्डर। अगर आप ऑर्डर की गल करते हैं तो उदों आपां किहड़ा स्ट्रक्चर यूज़ कर सकते हैं, टू बी प्लस टू इन्फेंटिव। ओके, द मैटर इज़ टू बी गिवन टॉप प्रायोरिटी। टू इन्फेंटिव मतलब टू बी। यू आर नॉट टू ड्राइव टू फास्ट। नैक्सट उन्होंने एक अपन होर चीज़ दी है कि आफ्टर द सब्जैक्ट देयर वी कैन यूज़ आइदर एन एक्टिव और पैसिव टू इन्फेंटिव। तो जदों आपां सबजैक्ट दे विच देयर मैंशन किया होया है तो उदों आपां जो वर्ब दा स्ट्रक्चर फॉर्म यूज़ करनी है वो आपां दोनों कर सकते हैं, एक्टिव वाली भी। तो एक्टिव च आपां की करदे सी, टू इन्फेंटिव, तो पैसिव च आपां यूज़ कर सकते सी टू बी प्लस वर्ब दी थर्ड फॉर्म। ओके, तो दोनों दे विचों कोई भी यूज़ कर सकते हैं when we have there as a subject। ओके, अनसॉल्वर्ड दे विच उन्होंने आपां नूं की दिता होया, ये जस्ट एक पैसिव फॉर्म दे विच लिखना। आपां रिपोर्ट वट द मैन सेज यूज़ द पैसिव टू इन्फेंटिव एंड ING फॉर्म। तो आपां पैसिव दे विच लिखना है ऑलवेज, ठीक है, एक्टिव दे विच नहीं लिखना। जां तां आपां यूज़ करांगे टू बी डन मीनस के डन दा मीनिंग की है वर्ब दी थर्ड फॉर्म, ਜਾਂ फिर आपां की यूज़ करांगे बीइंग डन। डन मीनस वर्ब दी थर्ड फॉर्म। तो सारिया जिहड़ियां लाइन्स दित्तियां ने आपां नूं सेंटेंस बाय सेंटेंस इत्थे लिखना। ओके, तो वो आप इत्थे देखांगे अगर तो ING फॉर्म है तो आप बीइंग डन कर देंगे। ओके, मतलब ये वाल नहीं ध्यान देना, आप ये वाल देना टू अलाउ दिता होया आपां नूं, तो इत्थे आपां की कर देंगे टू बी डन। अगर आपां नूं ING फॉर्म दी हुई तो आपां उत्थे की लगा देंगे बीइंग प्लस वर्ब दी थर्ड फॉर्म। नैक्सट उन्होंने दिता एक्टिव एंड पैसिव फॉर्म। एक TV रिपोर्टर की गल की है, किटी बेमिश इज़ इंटरव्यूइंग सम वर्कर्स हू आर प्रोटेस्टिंग अबाउट नॉट बीइंग पेड इनफ। ठीक है, उन्होंने जी सैलरी हैगी उन्हें मिलती नहीं हैगी, उन्होंने सफिशिएंट नहीं हैगी, तो उन्होंने स्टेटमेंट्स आप कंप्लीट करनी ने कि की गल्लां कर रहे हैं, इंटरव्यू हो रही है। तो आपां एक्टिव जां फिर पैसिव टू इन्फेंटिव जां ING फॉर्म के नाल इनू कंप्लीट करना है। तो आप देखना है किहड़ा आएगा, एक्टिव आएगा जां फिर पैसिव आएगा। तो आपां किद्दां पता लगेगा, आपां विच एक रूल कीता सीगा कि अगर आप अपने पॉइंट ऑफ व्यू तो गल कर रहे हैं, ओके, तो उत्थे की आएगा एक्टिव फॉर्म आएगी। अगर आपां लोकां दी गल कर रहे हैं भी वो आए करन साडे लई, तो उत्थे आपां की यूज़ करांगे पैसिव फॉर्म। जिस तरह उन्होंने किया, देखो फोर्थ नंबर, वी डोंट वॉन्ट डैश गिव अप ऑल अर राइट, कि असीं अपने राइट्स नहीं छड्डना चाहते। तो खुद ही गल कर रहे हैं तो आप इत्थे की लगावांगे एक्टिव टू प्लस वर्ब दी फर्स्ट फॉर्म। तो जिथे उन्होंने किया वी होप
ਡੈਸ਼ ਇਨਵਾਈਟ ਟੂ ਅ ਮੀਟਿੰਗ ਵਿਦ ਦ ਮੈਨੇਜਮੈਂਟ, ਕਿ ਸਾਨੂੰ ਮੀਟਿੰਗ ਲਈ, ਸਾਨੂੰ ਉਮੀਦ ਹੈ ਕਿ ਸਾਨੂੰ ਮੀਟਿੰਗ ਲਈ ਬੁਲਾਇਆ ਜਾਵੇਗਾ, ਤਾਂ ਬੁਲਾਇਆ ਕਿਸੇ ਹੋਰ ਵੱਲੋਂ ਜਾਵੇਗਾ ਤਾਂ ਇੱਥੇ ਆਪਾਂ ਕੀ ਯੂਜ਼ ਕਰਾਂਗੇ, ਟੂ ਬੀ ਇਨਵਾਈਟਡ। ਓਕੇ, ਤਾਂ ਲਾਸਟ ਉਹਨਾਂ ਨੇ ਦਿੱਤਾ ਐਕਟਿਵ ਐਂਡ ਪੈਸਿਵ, ਪੁੱਟ ਇਨ ਐਨ ਐਕਟਿਵ ਔਰ ਪੈਸਿਵ ਟੂ ਇਨਫਿਨਿਟਿਵ ਔਰ ING ਫਾਰਮ। ਤਾਂ ਸੇਮ ਆਪਾਂ ਦੇਖਣਾ ਕਿ ਐਕਟਿਵ ਆਏਗਾ ਜਾਂ ਪੈਸਿਵ ਆਏਗਾ, ਉਹ ਸੈਂਟੈਂਸ ਤੋਂ ਆਪਾਂ ਨੂੰ ਪਤਾ ਲੱਗ ਜਾਏਗਾ। ਜਿਸ ਤਰ੍ਹਾਂ ਸੈਕਿੰਡ ਕੀਤਾ ਸੇਮ ਉਸੇ ਤਰ੍ਹਾਂ ਹੀ ਥਰਡ ਹੈਗਾ। ਓਕੇ।